ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਮਸਾ ਟੀਵੀ। ਮੈਂ ਹਾਂ ਕਵਰ ਸਿੰਘ ਬੇਦੀ। ਪੰਜਾਬ ਦੇ ਵਿੱਚ ਜਿੱਥੇ ਨਵੀਂ ਸਰਕਾਰ ਆਈ ਹੈ, ਸਰਕਾਰ ਐਕਸ਼ਨ ਦੇ ਮੂਡ 'ਚ ਦਿਖਾਈ ਦੇ ਰਹੀ ਹੈ, ਵਾਅਦੇ ਪੂਰੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਹੀ ਇੱਕ ਵੱਡਾ ਸੰਕਟ ਜਿਹੜਾ ਹੈ ਸਰਕਾਰ ਦੇ ਸਾਹਮਣੇ ਦਿਖਾਈ ਦੇਗਾ। ਕਿਉਂਕਿ ਬਿਜਲੀ ਜਿਹੜੀ ਹੈ, ਬਿਜਲੀ ਕੱਟ ਜਿਹੜੇ ਆ ਸੀਜ਼ਨ ਦੇ ਵਿੱਚ ਜਿਹੜੇ ਆ ਬਿਜਲੀ ਕੱਟ ਜਿੱਥੇ ਲੱਗਣੇ ਸ਼ੁਰੂ ਹੋਣਗੇ, ਉੱਥੇ ਹੀ ਗਰਮੀ ਦਾ ਜਿਹੜਾ ਇੱਕ ਸੀਜ਼ਨ ਹੈ, ਇਸ ਦੌਰਾਨ ਜਿਹੜੀ ਬਿਜਲੀ ਦੀ ਮੰਗ ਵੀ ਜਿਹੜੀ ਹੈ ਲਗਾਤਾਰ ਵੱਧ ਜਾਂਦੀ ਹੈ ਤੇ ਹੁਣ ਤੋਂ ਹੀ ਜਿਹੜੀ ਹੈ ਇੱਕ ਵੱਡਾ ਸੰਕਟ ਜਿਹੜਾ ਹੈ ਉਹ ਮੰਡਰਾਉਣ ਦਾ ਖਤਰਾ ਵੱਧ ਗਿਆ। ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਪਾਵਰਕਾਮ ਦੇ ਰਿਟਾਇਰਡ ਅਧਿਕਾਰੀ ਭੁਪਿੰਦਰ ਸਿੰਘ ਨੇ ਅਤੇ ਬਿਜਲੀ ਸੁਧਾਰ ਫੋਰਮ ਦੇ ਕਨਵੀਨਰ ਨੇ। ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਪੰਜਾਬ ਨੂੰ ਬਿਜਲੀ ਸੰਕਟ ਚੋਂ ਕਿਸ ਤਰ੍ਹਾਂ ਕੱਢਿਆ ਜਾ ਸਕਦਾ, ਕਿਉਂਕਿ ਵੱਡੇ ਸੰਕਟ ਜਿਹੜੇ ਆ ਪੰਜਾਬ ਦੇ ਵਿੱਚ ਨੇ, ਚਾਹੇ ਉਹ ਵਿੱਤੀ ਸੰਕਟ ਹੈ, ਚਾਹੇ ਬਿਜਲੀ ਸੰਕਟ ਹੈ। ਕਿਉਂਕਿ ਇਸ ਸਮੇਂ ਬਿਜਲੀ ਦੀ ਮੰਗ ਵੀ ਜਿਹੜੀ ਹੈ ਉਹ ਲਗਾਤਾਰ ਵਧੇਗੀ। ਉਹਦੇ ਮੱਦੇਨਜ਼ਰ ਹਾਲਾਤ ਕਿਸ ਪਾਸੇ ਜਾ ਸਕਦੇ ਆ ਤੇ ਇਸ ਬਾਬਤ ਗੱਲਬਾਤ ਕਰਨ ਲਈ ਭੁਪਿੰਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਸਰ, ਤੁਹਾਡਾ ਸਵਾਗਤ ਹੈ ਜੀ ਮਸਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਧੰਨਵਾਦ ਜੀ ਬਹੁਤ ਬਹੁਤ। ਭੁਪਿੰਦਰ ਸਿੰਘ ਜੀ, ਜਿਸ ਤਰ੍ਹਾਂ ਗਰਮੀਆਂ ਦਾ ਸੀਜ਼ਨ ਆਇਆ ਸੀ ਕਿ ਵੱਡੇ ਜਿਹੜੇ ਕੱਟ ਸੀ ਉਹ ਸਰਕਾਰ ਦੇ ਸਮੇਂ ਲੱਗੇ ਤੇ ਹਾਹਾਕਾਰ ਸੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹੈ ਮਚੀ ਹੈ। ਅੱਜ ਤੋਂ 8-10 ਸਾਲ ਪੁਰਾਣੀ ਗੱਲ ਕਰੀਏ ਤੇ ਕੱਟ ਲੱਗਦੇ ਸੀਗੇ, ਫਿਰ ਸਾਡੇ ਕੋਲ ਅਸੀਂ ਬਿਜਲੀ ਜਿਹੜੀ ਆ ਪੂਰਤੀ ਕਰ ਲਈ ਤੇ ਸਾਡੇ ਕੱਟ ਲੱਗਣੇ ਬੰਦ ਹੋ ਗਏ। ਪਰ ਪਿਛਲੇ ਸਾਲ ਸਿਚੁਏਸ਼ਨ ਰਿਵਰਸ ਹੋ ਗਈ। ਪਹਿਲੇ ਕੀ ਹੁੰਦਾ ਸੀਗਾ ਵੀ ਜਿਹੜੇ ਆਪਣੇ ਗੁਆਂਢੀ ਦੇਸ਼ ਸੀਗੇ, ਹਰਿਆਣਾ ਜਾਂ ਯੂਪੀ, ਉਹਨਾਂ 'ਚ ਪਾਵਰ ਕੱਟ ਲੱਗਦੇ ਸੀਗੇ, ਪੰਜਾਬ 'ਚ ਨਹੀਂ ਲੱਗਦੇ ਸੀਗੇ। ਪਰ ਪਿਛਲੇ ਸਾਲ ਸਾਡੇ ਸੂਬੇ 'ਚ ਪਾਵਰ ਕੱਟ ਲੱਗੇ, ਔਰ ਪਾਵਰ ਕੱਟ ਵੀ ਐਸੇ ਲੱਗੇ ਕਿ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਸਾਨੂੰ ਐਲਐਸ ਇੰਡਸਟਰੀ ਜਿਹੜੀ ਹੈ ਉਹ ਬੰਦ ਕਰਨੀ ਪਈ 3 ਹਫ਼ਤੇ ਲਈ। ਤੇ ਜਿਹੜੇ ਗੁਆਂਢੀ ਸੂਬੇ ਆ ਉਹਨਾਂ 'ਚ ਪਾਵਰ ਕੱਟ ਨਹੀਂ ਲੱਗੇ। ਸੋ ਇਹ ਜਿਹੜੀ ਕਿਉਂ ਹੋਇਆ, ਇਹਦੇ ਜੇ ਅਸੀਂ ਚੰਗੀ ਤਰ੍ਹਾਂ ਇਹਦੇ ਕਾਰਨਾਂ 'ਚ ਜਾਵਾਂਗੇ ਤਾਂ ਕਿ ਇਹ ਸਾਲ ਜਿਹੜਾ ਹੈ ਅਸੀਂ ਉਹ ਜਿਹੜੀਆਂ ਚੁਣੌਤੀਆਂ ਸੀਗੀਆਂ ਉਹਨਾਂ ਨੂੰ ਅਸੀਂ ਜਿੱਤੀਏ ਤਾਂ ਕਿ ਲੋਕਾਂ ਨੂੰ ਪੂਰੀ ਬਿਜਲੀ ਮਿਲੇ। ਜਦ ਤੱਕ ਅਸੀਂ ਪਿਛਲੇ ਸਾਲ ਕਿਉਂ ਪਾਵਰ ਜਿਹੜਾ ਡਿਮਾਂਡ ਵਧੀ, ਕਿਉਂ ਪਾਵਰ ਕੱਟ ਲੱਗੇ, ਇਹ ਸਟੱਡੀ ਕਰਨਾ ਬੜਾ ਜ਼ਰੂਰੀ ਹੈ ਜੀ। ਪਰ ਸਭ ਤੋਂ ਅਹਿਮ ਗੱਲ ਸਰ ਇਹ ਆ ਜਾਂਦੀ ਹੈ ਕਿ ਜਿਹੜੀਆਂ ਸਰਕਾਰਾਂ ਜਿਹੜੀਆਂ ਨੇ, ਚਾਹੇ ਉਹ ਪਿਛਲੀ ਸਰਕਾਰ ਹੋਵੇ ਜਾਂ ਹੁਣ ਮੌਜੂਦਾ ਸਰਕਾਰ ਹੋਵੇ, ਵੱਡੇ ਵਾਅਦੇ ਜਿਹੜੇ ਚੋਣ ਵਾਅਦੇ ਕੀਤੇ ਜਾਂਦੇ ਆ, ਕਿਤੇ ਨਾ ਕਿਤੇ ਲੱਗਦਾ ਨਾ ਕਿ ਉਹਦੇ ਨਾਲ ਵੀ ਬਿਜਲੀ ਸੰਕਟ ਵੱਧ ਜਾਂਦਾ, ਕਿਉਂਕਿ ਸਬਸਿਡੀ ਦੇਣ ਦੀ ਗੱਲ ਕੀਤੀ ਜਾਂਦੀ ਹੈ। ਪਾਵਰਕਾਮ ਨੇ ਸਰਕਾਰ ਤੋਂ ਜਿਹੜੀ ਅਦਾਇਗੀ ਲੈਣੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਆਊਟਸਟੈਂਡਿੰਗ ਵੀ ਹੈਗੀ ਹੈ। ਦੇਖੋ ਕਮਰ ਜੀ, ਇਸ ਤਰ੍ਹਾਂ ਹੈ ਕਿ ਪੋਲੀਟੀਸ਼ੀਅਨਸ ਕਰਦੇ ਆ ਵਾਅਦੇ ਤੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਹੈ ਉਹਨਾਂ ਦੀ ਵਚਨਬੱਧਤਾ ਹੈ ਵੀ ਉਹ ਪੂਰੇ ਕਰਨਗੇ। ਪਰ ਮੈਂ ਗੱਲ ਕਰਾਂਗਾ ਇੰਜੀਨੀਅਰਸ ਦੀ, ਪ੍ਰੋਫੈਸ਼ਨਲਸ ਦੀ, ਕਿ ਸਾਡਾ ਪਿਛਲੇ ਸਾਲ ਤਕਰੀਬਨ ਅਸੀਂ 14,000 ਮੈਗਾਵਾਟ ਜਿਹੜੀ ਆ ਡਿਮਾਂਡ ਜਿਹੜੀ ਹੈ ਉਹ ਐਕਸਪੈਕਟ ਕੀਤੀ ਸੀ, ਪਰ ਡਿਮਾਂਡ ਸਾਡੀ 15,000 ਮੈਗਾਵਾਟ ਤੋਂ ਵੀ ਵੱਧ ਗਈ ਤੇ ਸਾਡੇ ਕੋਲ 1500 ਤੋਂ ਲੈ ਕੇ 1700-1800 ਮੈਗਾਵਾਟ ਦੀ ਜਿਹੜੀ ਘਾਟ ਜਿਹੜੀ ਹੈ ਡਿਮਾਂਡ ਤੇ ਸਪਲਾਈ ਤੇ ਉਹਦੇ ਵਿੱਚ ਗੈਪ ਆਇਆ, ਉਹਦੇ ਨਾਲ ਕੱਟ ਲਾਣੇ ਪਏ। ਸੋ ਇਹਦਾ ਮਤਲਬ ਕੀ ਸੀਗਾ ਵੀ ਪਿਛਲੇ ਸਾਲ ਸਾਡੇ 1500 ਤੋਂ ਲੈ ਕੇ 1700 ਮੈਗਾਵਾਟ ਜੋ ਅਸੀਂ ਅਨੁਮਾਨਿਤ ਡਿਮਾਂਡ ਸੀ ਉਹ ਤੋਂ ਵੱਧ ਗਈ। ਸੋ ਇਸ ਸਾਲ ਜਿਹੜੀ ਹੈ ਜੇ 15,400 ਮੈਗਾਵਾਟ ਪਿਛਲੇ ਸਾਲ ਸੀ ਤਾਂ ਐਤਕੀ 16,000 ਮੈਗਾਵਾਟ ਜਿਹੜੀ ਹੈ ਉਹ ਡਿਮਾਂਡ ਜਾਏਗੀ। ਐਤਕੀ ਗਰਮੀ ਵੀ ਜ਼ਿਆਦਾ ਜਿਹੜੀ ਹੈ ਉਹ ਵੈਦਰ ਡਿਪਾਰਟਮੈਂਟ ਨੇ ਕਿਹਾ ਹੋਇਆ ਗਰਮੀ ਵੀ ਜ਼ਿਆਦਾ ਪੈਣੀ ਹੈ। ਸੋ ਇਸ ਲਈ ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਡਿਮਾਂਡ ਦੀ ਸਹੀ ਅਨੁਮਾਨ ਲਾਈਏ ਤੇ ਉਹ ਕਿੱਥੋਂ ਅਸੀਂ ਪੂਰੀ ਕਰਾਂਗੇ। ਹੁਣ ਪਿਛਲੇ ਸਾਲ ਤਕਰੀਬਨ ਅਸੀਂ 13,400 ਮੈਗਾਵਾਟ ਜਾਂ 13,500 ਮੈਗਾਵਾਟ ਜਿਹੜੀ ਹੈ ਉੱਥੇ ਤੱਕ ਬਿਜਲੀ ਆਪਾਂ ਲੋਕਾਂ ਨੂੰ ਦੇ ਪਾਏ। ਹੁਣ ਐਤਕੀ ਕੁਝ ਅਰੇਂਜਮੈਂਟ ਹੋਰ ਹੋਏ ਨੇ, 1000 ਕੁ ਮੈਗਾਵਾਟ ਅਸੀਂ ਹੋਰ ਕਰ ਪਾਵਾਂਗੇ। ਸੋ ਅਸੀਂ 14,500 ਮੈਗਾਵਾਟ ਤੱਕ ਆਪਣੇ ਬੈਸਟ ਐਫਰਟਸ ਨਾਲ ਉਨੀ ਬਿਜਲੀ ਦੇ ਸਕਦੇ ਹਾਂ। ਪਰ ਸਾਡੀ ਡਿਮਾਂਡ ਜਾਏਗੀ 16,000 ਮੈਗਾਵਾਟ। ਫਿਰ ਵੀ ਘੱਟੋ ਘੱਟ 1500 ਮੈਗਾਵਾਟ ਦਾ ਡਿਮਾਂਡ ਤੇ ਸਪਲਾਈ 'ਚ ਜਿਹੜਾ ਹੈ ਉਹ ਪਾੜ ਜਿਹੜਾ ਗੈਪ ਰਹੇਗਾ, ਉਹਨੂੰ ਹੁਣ ਕਿਸ ਤਰ੍ਹਾਂ ਪੂਰਾ ਕਰਨਾ ਹੈ। ਇੱਕ ਤਾਂ ਇਹ ਹੈ ਵੀ ਅਸੀਂ 14,500 ਜਿਹੜੀ ਹੈ ਉਹਨੂੰ ਹੋਰ ਵਧਾ ਸਕਦੇ ਹਾਂ, ਵੀ 15,000 ਸਪਲਾਈ ਕਰ ਸਕਦੇ ਹਾਂ, ਉਹ ਬੜਾ ਮੁਸ਼ਕਿਲ ਹੈ। ਸੋ ਸਿਰਫ ਸਾਡੇ ਕੋਲ ਜਿਹੜਾ ਆਲਟਰਨੇਟਿਵ ਰਹਿ ਗਿਆ ਉਹ ਹੈ ਕਿ ਕਿਸੇ ਤਰ੍ਹਾਂ ਅਸੀਂ ਡਿਮਾਂਡ ਜਿਹੜੀ ਹੈ ਉਹਨੂੰ ਘਟਾਉਣ ਦੇ ਯਤਨ ਕਰੀਏ, ਵੀ 16,000 ਮੈਗਾਵਾਟ ਨਾ ਹੋਵੇ, 15,000 ਮੈਗਾਵਾਟ ਤੱਕ ਸੀਮਿਤ ਰਹਿ ਜਾਈਏ। ਪਰ ਉਸ ਬਾਰੇ ਜਿਹੜੀ ਹੈ ਕੋਈ ਨਾ ਤਾਂ ਗੱਲ ਕਰ ਰਿਹਾ, ਨਾ ਉਹ ਚੀਜ਼ਾਂ ਜਿਹੜੇ PSPCL ਦੀ ਮੈਨੇਜਮੈਂਟ ਹੈ ਉਹ ਵੀ ਪੰਜਾਬ ਸਰਕਾਰ ਨੂੰ ਨਹੀਂ ਦੱਸ ਰਹੀ। ਸੋ ਜਦ ਤੱਕ ਅਸੀਂ ਗੱਲ ਖੁੱਲ੍ਹ ਕੇ ਜਾਂ ਟਰਾਂਸਪੇਰੈਂਸੀ ਨਾਲ, ਸੱਚਾਈ ਨਾਲ ਗੱਲ ਨਹੀਂ ਕਰਾਂਗੇ ਤੇ ਐਵੇਂ ਡਿਮਾਂਡ ਨੂੰ ਲੁਕਾ ਛੁਪਾ ਕੇ, ਜਿਸ ਤਰ੍ਹਾਂ ਕਿ ਅਸੀਂ ਪਿਛਲੇ ਸਾਲ ਕੀਤਾ ਜੀ, ਡਿਮਾਂਡ ਤਾਂ ਜੀ 14,000 ਮੈਗਾਵਾਟ ਹੋਣੀ ਹੈ, ਐਕਚੁਅਲੀ 15,500 ਮੈਗਾਵਾਟ ਹੋ ਗਈ। ਐਤਕੀ ਅਸੀਂ ਕਹਿ ਰਹੇ ਹਾਂ ਜੀ 15,000 ਮੈਗਾਵਾਟ ਹੋਣੀ ਹੈ, 19 ਕੁ ਸਾਡੇ ਅਰੇਂਜਮੈਂਟ ਨੇ, ਕੋਈ ਗੱਲ ਨਹੀਂ ਸਾਰਿਆਂ ਨੂੰ ਬਿਜਲੀ ਮਿਲ ਜਾਏਗੀ। ਪਰ ਐਕਚੁਅਲੀ ਜੇ 15,500 ਪਿਛਲੇ ਸਾਲ ਹੀ ਸੀ, ਸੋ ਐਤਕੀ ਡਿਮਾਂਡ ਤਾਂ 16,000 ਮੈਗਾਵਾਟ ਤਾਂ ਟੱਚ ਕਰੇਗੀ ਪੱਕਾ। ਸੋ ਇਹ 'ਚ ਜਿਹੜੀ ਹੈ ਨਾ, ਮਤਲਬ ਇੱਕ ਸਿੰਸੀਅਰਿਟੀ
ਤੇ ਸੱਚਾਈ ਨਾਲ ਸਾਹਮਣਾ ਕਰਨਾ। ਤੇ ਜੇ ਅਰੇਂਜਮੈਂਟ ਇਸ ਤਰ੍ਹਾਂ ਨਹੀਂ ਕੀਤੇ ਤੇ ਫਿਰ ਬੜਾ ਜਿਹੜਾ ਨਾ ਉਹ ਗਰਮੀਆਂ ਫਿਰ ਪੰਜਾਬੀਆਂ ਨੂੰ ਪਿਛਲੇ ਸਾਲ ਵਾਂਗੂ ਔਖੀਆਂ ਹੀ ਕੱਟਣੀਆਂ ਪੈਣੀਆਂ ਜੀ। ਸਰ ਅਹਿਮ ਗੱਲ ਵੀ ਆਉਂਦੀ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਿਹੜੇ ਅਧਿਕਾਰੀ ਹੁੰਦੇ ਆ ਕਿਤੇ ਨਾ ਕਿਤੇ ਮਿਸਗਾਈਡ ਕਰਦੇ ਰਹਿੰਦੇ ਆ। ਬਿਲਕੁਲ ਟਰਾਂਸਪੇਰੈਂਟੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਸਰਕਾਰ ਨਾਲ ਤਾਲਮੇਲ ਬਹੁਤ ਜ਼ਰੂਰੀ ਹੈ, ਕਿਉਂਕਿ ਪੀਸੀਐਸ ਪੀਸੀਐਲ ਜਿਹੜੇ ਅਧਿਕਾਰੀ ਨੇ ਇਹਨਾਂ ਦਾ ਇੱਕ ਫਰਜ਼ ਬਣ ਜਾਂਦਾ ਕਿ ਉਹ ਸਰਕਾਰ ਨਾਲ ਬੈਠ ਕੇ ਮੀਟਿੰਗ ਕਰਨ, ਮੌਜੂਦਾ ਹਾਲਾਤ ਜਾਂ ਬਿਜਲੀ ਸੰਕਟ ਦੇ ਉੱਤੇ ਗੱਲਬਾਤ ਕਰਕੇ ਜਿਹੜੀ ਸਰਕਾਰ ਨੂੰ ਜਾਣੂ ਕਰਾਉਣ। ਪਰੰਤੂ ਭਾਵੇਂ ਸਿਆਸਤਦਾਨ ਸਾਰਾ ਕੁਝ ਜਾਣਦੇ ਆ ਸਰਕਾਰ ਕਿੱਦਾਂ ਚਲਾਉਣੀ, ਕਿਉਂਕਿ ਤੁਹਾਨੂੰ ਵੀ ਪਤਾ ਕਿ ਬਿਊਰੋਕ੍ਰੇਸੀ ਹੈ ਉਹੀ ਸਰਕਾਰ ਚਲਾ ਰਹੀ ਹੁੰਦੀ ਹੈ। ਜਿੱਦਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਹੁਣ ਥਰਮਲ ਪਲਾਂਟ ਵੀ ਜਿਹੜੇ ਆ ਬੰਦ ਹੋ ਰਹੇ ਆ, ਬਿਜਲੀ ਐਕਸਚੇਂਜ ਦੀ ਗੱਲ ਕੀਤੀ ਜਾ ਰਹੀ ਹੈ, ਬਿਜਲੀ ਐਕਸਚੇਂਜ ਦੇ ਵਿੱਚ ਕਿਹਾ ਜਾ ਰਿਹਾ ਕਿ ਮਹਿੰਗੀ ਹੋ ਗਈ ਬਿਜਲੀ, ਤੇ ਪਿੱਛੇ ਜੇ ਡਿਪਾਰਟਮੈਂਟ ਨੇ ਜਿਹੜੀ ਹੈ ਬਿਜਲੀ ਲੈਣੀ ਵੀ ਬੰਦ ਕਰ ਦਿੱਤੀ ਹੈ, ਜਿਹਦੇ ਕਰਕੇ ਜਿਹੜਾ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ ਇਸ ਤਰ੍ਹਾਂ ਹੈ, ਪੰਜਾਬ ਵਿੱਚ ਜਿਹੜਾ ਬਿਜਲੀ ਸੰਕਟ ਹੈ ਨਾ ਉਹਦਾ ਮੁੱਢਲਾ ਕਾਰਨ ਹੈ ਕਿ ਇੱਥੇ ਪੰਜਾਬ ਕੋਲ ਆਪਣੀ ਪ੍ਰਿਆਪਤ ਬਿਜਲੀ ਉਤਪਾਦਨ ਹੈ ਹੀ ਨਹੀਂ। ਗੁਆਂਢੀ ਸੂਬੇ ਆ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਸਾਰੇ ਕੋਲ ਆਪਣੀ ਜਨਰੇਸ਼ਨ ਹੈ, ਪੰਜਾਬ ਕੋਲ ਆਪਣੀ ਜਨਰੇਸ਼ਨ ਨਹੀਂ। ਆਪਾਂ ਪ੍ਰਾਈਵੇਟ ਕੰਪਨੀਆਂ ਤੇ ਨਿਰਭਰ ਪੂਰਾ ਤਰੀਕੇ ਨਾਲ ਹੋ ਗਏ ਕਿ ਉਹ ਬਿਜਲੀ ਪੈਦਾ ਕਰਨਗੀਆਂ ਤਾਂ ਅਸੀਂ ਲੋਕਾਂ ਨੂੰ ਬਿਜਲੀ ਦੇਵਾਂਗੇ। ਹੁਣ ਲੋਕਾਂ ਨੂੰ ਬਿਜਲੀ ਦੇਣ ਦੀ ਜਵਾਬਦੇਹੀ ਕੀ ਹੈ? ਪ੍ਰਾਈਵੇਟ ਕੰਪਨੀਆਂ ਤਾਂ ਨਹੀਂ ਹੈ, ਉਹ ਪੀਐਸਪੀਸੀਐਲ ਦੀ ਹੈ ਜਾਂ ਪੰਜਾਬ ਸਰਕਾਰ ਦੀ ਹੈ। ਸੋ ਉਹਦਾ ਕੋਈ ਹੱਲ ਨਾ ਤਾਂ ਇੱਥੇ ਭਾਵੇਂ ਤਕਨੀਕੀ ਮੈਨੇਜਮੈਂਟ ਆਈ, ਚਾਹੇ ਇੱਥੇ ਆਈਐਸ ਅਫਸਰ ਲੱਗੇ, ਉਸ ਮੁੱਢਲੀ ਪ੍ਰੋਬਲਮ ਦਾ ਹੱਲ ਕੋਈ ਨਹੀਂ ਕੱਢ ਰਿਹਾ। ਸਗੋਂ ਪ੍ਰੋਬਲਮ 'ਚ ਇੰਨਾ ਜ਼ਿਆਦਾ ਫਸਣ ਲੱਗ ਪਏ ਕਿ ਹੁਣ ਅਸੀਂ ਕੋਲਾ, ਇੱਕ ਆਪਣੀ ਪਛਵਾੜਾ ਕੋਲ ਮਾਈਨ ਹੈ, ਉਹਦਾ ਕੋਲੇ ਦੀ ਖੁਦਾਈ ਸ਼ੁਰੂ ਕਰਨ ਜਾ ਰਹੇ ਹਾਂ। ਉਹ ਪ੍ਰਾਈਵੇਟ ਕੰਪਨੀਆਂ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਸਾਨੂੰ ਪਿਛਲੇ ਸਾਲ ਅੱਛੀ ਬਿਜਲੀ ਨਹੀਂ ਮਿਲੀ। ਅਸੀਂ ਆਪਣਾ ਕੋਲਾ ਜਿਹੜਾ ਹੈਗਾ ਉਹ ਵੀ ਸਾਰਾ ਉਹਨਾਂ ਹੀ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਜਾ ਰਹੇ ਹਾਂ। ਤੇ ਫਿਰ ਜੇ ਇਹ ਜਿਹਾ ਅਸੀਂ ਸਿਸਟਮ ਰੱਖਿਆ ਤੇ ਫਿਰ ਕਿਸ ਤਰ੍ਹਾਂ ਸਾਨੂੰ ਜਿਹੜਾ ਉਹ ਅੱਛੀ ਬਿਜਲੀ ਅਸੀਂ ਲੋਕਾਂ ਨੂੰ ਦੇ ਪਾਵਾਂਗੇ? ਦੇਖੋ ਪਹਿਲੇ ਪੁਰਾਣੇ ਸਮੇਂ 'ਚ ਪੀਐਸਪੀਸੀਐਲ ਜਾਂ ਇਲੈਕਟ੍ਰਿਸਿਟੀ ਬੋਰਡ ਉਹ ਆਪਣੇ ਸਰਕਾਰੀ ਯੂਨਿਟਾਂ ਤੋਂ ਬਿਜਲੀ ਲੋਕਾਂ ਨੂੰ ਦਿੰਦਾ ਸੀਗਾ। ਸਰਕਾਰੀ ਯੂਨਿਟ ਕਦੇ ਨਹੀਂ ਇਸ ਤਰ੍ਹਾਂ ਫੇਲ ਹੋਏ ਜਿਸ ਤਰ੍ਹਾਂ ਕਿ ਸਾਨੂੰ ਪਿਛਲੀ ਵਾਰ ਤਲਵੰਡੀ ਸਾਬੋ ਪਲਾਂਟ ਨਾ ਹੋਰ ਪਲਾਂਟ ਨੇ ਕੋਲੇ ਦੇ ਕਾਰਨ ਜਾਂ ਹੋਰ ਕਿਸੇ ਕਾਰਨ ਉਹਨਾਂ ਨੇ ਜੋ ਤੰਗੀ ਜਿਹੜੀ ਹੈ ਉਹਨਾਂ ਦੇ ਕਾਰਨ, ਉਹਨਾਂ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਕਾਰਨ ਤੰਗੀ ਜੋ ਝੱਲਣੀ ਪਈ, ਉਹਦਾ ਹੱਲ ਜਿਹੜਾ ਸ਼ਾਰਟ ਟਰਮ ਤੇ ਲੰਬਾ ਸਥਾਈ ਹੱਲ ਜਿਹੜਾ ਉਹ ਕੱਢਣਾ ਜ਼ਰੂਰੀ ਹੈ, ਜਿਹੜਾ ਕਿ ਨਹੀਂ ਨਿਕਲ ਰਿਹਾ ਜੀ। ਸਰ ਪਿਛਲੀ ਵਾਰ ਵੀ ਇੱਕ ਵਿਵਾਦ ਵੱਡਾ ਉੱਠਿਆ ਸੀ ਕਿ ਬਿਜਲੀ ਸਮਝੌਤੇ ਹੋਏ ਆ ਕੰਪਨੀਆਂ ਨਾਲ, ਰੱਦ ਕਰਨ ਦੀ ਗੱਲ ਕੀਤੀ ਜਾਂਦੀ ਹੈ, ਕਹਿੰਦੇ ਸੀ ਰੱਦ ਕਰ ਦਿਓ। ਫਿਰ ਇਦਾਂ ਦਾ ਇੱਕ ਮਸਲਾ ਵੀ ਉੱਠਿਆ ਕਿ ਚਲੋ ਰੱਦ ਕਰਨ ਵਾਲੇ ਪਾਸੇ ਜਿਹੜੀ ਹੈ ਸਰਕਾਰ ਵੱਧ ਚੁੱਕੀ ਸੀ, ਪਰ ਕਿਹਾ ਜਾ ਰਿਹਾ ਸੀ ਕਿਤੇ ਨਾ ਕਿਤੇ ਇਹਦੇ ਵੱਡੇ ਡਿੱਕੇ ਜਿਹੜੇ ਸੀ ਉਹ ਕੋਰਟ ਦੇ ਵਿੱਚ ਜਿਹੜੇ ਬਣਨੇ ਸੀ ਬਰਕਰਾਰ। ਇਹਨੇ ਟਰਮ ਦੇ ਵਿੱਚ ਸਰਕਾਰ ਚਲੇ ਜਾਂਦੀ ਹੈ, ਪਰ ਹੁਣ ਫਿਰ ਇਹ ਮੁੱਦਾ ਕਿਤੇ ਨਾ ਕਿਤੇ ਅੱਗੇ ਜਾ ਕੇ ਗਰਮਾਏਗਾ। ਪਰੰਤੂ ਹੁਣ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਮੁੱਦਾ ਇਹ ਹੈ ਕਿ ਸਰਕਾਰ ਕਹਿੰਦੇ ਕਿ ਹਰ ਘਰ ਨੂੰ ਅਸੀਂ 300 ਯੂਨਿਟ ਬਿਜਲੀ ਦੇਣੀ ਹੈ, ਤੇ ਤੁਸੀਂ ਵੇਖ ਲਓ ਕਿ ਜੇ ਇਸ ਬਿਜਲੀ ਸੰਕਟ ਦੇ ਦੌਰਾਨ ਸਰਕਾਰ ਆਪਣਾ ਵਾਅਦਾ ਪੂਰਾ ਕਰਦੀ ਹੈ ਕਿ ਸਰਕਾਰ ਨੂੰ ਕੋਈ ਵੱਡੀ ਚੁਣੌਤੀ ਹੋ ਸਕਦੀ ਹੈ? ਦੇਖੋ ਮੈਂ ਬਿਜਲੀ ਸਮਝੌਤੇ ਬਾਰੇ ਕਹਾਂਗਾ ਕਿ ਤਕਨੀਕੀ ਮੈਨੇਜਮੈਂਟ ਹੈ, ਉਹਨਾਂ ਨੇ ਵੀ ਅਖਬਾਰਾਂ 'ਚ ਜਾਂ ਹੋਰ ਕਿਹਾ ਕਿ ਆ ਇੱਥੇ ਬਿਜਲੀ ਮਹਿੰਗੀ ਹੋਈ ਹੈ ਕਿਉਂਕਿ ਇਹ ਸਮਝੌਤੇ ਜਿਹੜੇ ਆ ਗਲਤ ਹੋਏ ਆ, ਇਹ ਰੱਦ ਹੋਣੇ ਚਾਹੀਦੇ ਆ। ਕੀ ਉਹਨਾਂ ਨੇ ਕੋਈ ਇਹੋ ਜਿਹਾ ਸਿਸਟਮ ਬਣਾਇਆ, ਕੋਈ ਇਹੋ ਜਿਹੀ ਪ੍ਰਪੋਜ਼ਲ ਬਣਾਈ ਕਿ ਕਿਸ ਤਰ੍ਹਾਂ ਇਹ ਸਮਝੌਤੇ ਰੱਦ ਹੋ ਸਕਦੇ ਆ? ਨੰਬਰ 2, ਜੇ ਸਮਝੌਤੇ ਰੱਦ ਹੋ ਗਏ ਤਾਂ ਕਿੱਥੋਂ ਬਿਜਲੀ ਦਾ ਅਰੇਂਜਮੈਂਟ ਹੋਣਾ? ਦੇਖੋ ਇੰਨੇ ਸ਼ੋਰ ਸ਼ਰਾਬੇ ਬਾਅਦ ਇੱਕ ਸੀਐਮ ਪੰਜਾਬ ਦਾ ਬਦਲ ਗਿਆ, ਦੂਜੇ ਸੀਐਮ ਸਾਹਿਬ ਆਏ, ਉਹਨਾਂ ਨੇ ਅਸੈਂਬਲੀ 'ਚ ਵਾਈਟ ਪੇਪਰ ਪੇਸ਼ ਕੀਤਾ। ਉਹ ਵਾਈਟ ਪੇਪਰ ਪੜ੍ਹ ਲਓ, ਉਹਦੇ ਵਿੱਚ ਕਿਤੇ ਵੀ ਇਹੋ ਜਿਹੀ ਤਜਵੀਜ਼ ਨਹੀਂ ਹੈ ਕਿ ਇਹ ਸਮਝੌਤੇ ਰੱਦ ਕਰਨੇ ਆ। ਸੋ ਇਸ ਲਈ ਉਹਦਾ ਪੋਲੀਟੀਕਲ ਡਰਾਮੇਬਾਜ਼ੀ ਹੈ। ਉਹਦੇ ਵਿੱਚ ਸਾਡੇ ਕੁਝ ਜਿਹੜੇ ਨਾ ਸੈਲਫਿਸ਼ ਖੁਦਗਰਜ਼ ਇੰਜੀਨੀਅਰ ਜਿਹੜੇ ਆ ਉਹ ਵੀ ਨਾਲ ਰਲ ਜਾਂਦੇ ਆ ਤੇ ਆਪਣੀਆਂ ਕੁਰਸੀਆਂ ਨੂੰ ਜਿਹੜਾ ਸਾਂਭਣ ਲਈ। ਸੋ ਸਮਝੌਤੇ ਨਾ ਤਾਂ ਇਹ ਮਤਲਬ ਐਡਮਿਨਿਸਟ੍ਰੇਟਿਵਲੀ, ਨਾ ਫਾਈਨੈਂਸ਼ੀਅਲ ਤੌਰ ਤੇ, ਨਾ ਟੈਕਨੀਕਲੀ ਇਹ ਸਮਝੌਤੇ ਰੱਦ ਨਹੀਂ ਹੋ ਸਕਦੇ, ਕਿਉਂਕਿ ਸਾਡੇ ਕੋਲ ਕੋਈ ਬਿਜਲੀ ਦਾ ਹੋਰ ਸਾਧਨ ਲੋਕਾਂ ਨੂੰ ਪੂਰੀ ਕਰਨ ਦਾ ਕੋਈ ਨਹੀਂ ਹੋਏਗਾ। ਇਹਦਾ ਹੱਲ ਇਹੀ ਹੈ ਕਿ ਇਹ ਜੇ ਆਪਾਂ ਆਪਣੀ ਸਟੇਟ ਦੀ ਜਨਰੇਸ਼ਨ ਜਿਹੜੀ ਹੈ ਉਹਨੂੰ ਵਧਾਈਏ, ਆਪਣਾ ਕੋਲਾ ਆਪ ਵਰਤੀਏ, ਆਪਣੀ ਮੈਨ ਪਾਵਰ ਵਰਤੀਏ, ਉਹਦੇ ਨਾਲ ਹੀ ਬਿਜਲੀ ਸਸਤੀ ਹੋ ਸਕਦੀ ਹੈ, ਉਹਦੇ ਨਾਲ ਹੀ ਬਿਜਲੀ ਪੂਰੀ ਹੋ ਸਕਦੀ ਹੈ। ਬਾਕੀ ਜਿਹੜਾ ਗੱਲ ਤੁਸੀਂ ਸਬਸਿਡੀ ਦੀ ਗੱਲ ਕੀਤੀ, ਦੇਖੋ ਸਬਸਿਡੀ ਜਿਹੜੀ ਹੁਣ 300 ਯੂਨਿਟ ਐਲਾਨ ਕੀਤੀ ਹੈ, ਇਹਦੇ ਨਾਲ ਤਕਰੀਬਨ 14,000 ਕਰੋੜ ਰੁਪਈਆ ਜਾਂ 15,000 ਕਰੋੜ ਰੁਪਏ ਤੱਕ ਸਬਸਿਡੀ ਬਿੱਲ ਚਲੇ ਜਾਣਾ, ਜਿਹੜਾ ਕਿ ਤਕਰੀਬਨ 40 ਤੋਂ 45% ਟੋਟਲ ਪੀਐਸਪੀਸੀਐਲ ਦੇ ਰੈਵਨਿਊ ਦਾ ਪਾਰਟ ਹੋਣਾ। ਤੇ
ਜਿਹੜਾ ਕੌਮੀ ਪੱਧਰ ਤੇ ਇਹ 16-17% ਹੈ ਇਹਦੀ ਲਿਮਿਟ ਜੀ। ਸੋ ਇੰਨੀ ਜ਼ਿਆਦਾ ਸਬਸਿਡੀ ਵਧਾਣੀ, ਉਸ ਤੋਂ ਬਾਅਦ ਫਿਰ ਸਬਸਿਡੀ ਸਮੇਂ ਸਿਰ ਨਹੀਂ ਮਿਲਦੀ। 8-9 ਹਜ਼ਾਰ ਕਰੋੜ ਰੁਪਈਆ ਪੁਰਾਣਾ ਸਬਸਿਡੀ ਵੀ ਪੈਂਡਿੰਗ ਹੈ। ਸੋ ਉਹਦੇ ਨਾਲ PSPCL ਦੀ ਵਿੱਤੀ ਹਾਲਤ ਖਰਾਬ ਹੋਏਗੀ। PSPCL ਨੇ ਹੁਣ ਐਕਸਚੇਂਜ ਤੋਂ ਮਹਿੰਗੀ ਬਿਜਲੀ ਖਰੀਦਣੀ ਹੈ, ਉਧਰੋਂ ਕੋਲੇ ਦੀ ਸੰਕਟ ਆ ਗਿਆ। ਸੋ ਹਰ ਪਾਸੇ ਵਿੱਤੀ ਸੰਕਟ, ਕੋਲੇ ਦਾ ਸੰਕਟ, ਨਿੱਜੀਕਰਨ ਦਾ ਸੰਕਟ, ਇਹ ਡਿਪਾਰਟਮੈਂਟ ਸਾਰੇ ਸੰਕਟਾਂ 'ਚ ਘਿਰੀ ਹੋਈ ਹੈ ਔਰ ਇਹਦੇ ਹੱਲ ਕੱਢਣ ਲਈ ਕੋਈ ਹੱਲ ਨਹੀਂ ਕੱਢ ਰਿਹਾ, ਕੋਈ ਇਹਦੇ ਬਾਰੇ ਗੱਲ ਨਹੀਂ ਕਰ ਰਿਹਾ। ਸੋ ਮੈਨੂੰ ਹਾਲਾਤ ਕੋਈ ਅੱਛੇ ਨਹੀਂ ਲੱਗਦੇ ਜੀ। ਪਰ ਸਰ ਮੇਰਾ ਇੱਕ ਆਖਰੀ ਸਵਾਲ ਹੈ, ਹੁਣ ਕੇਂਦਰ ਸਰਕਾਰ ਨੇ ਇੱਕ ਮੇਰੇ ਖਿਆਲ ਨਾਲ ਕੋਈ ਪੰਜਾਬ ਸਰਕਾਰ ਨੇ ਕੋਈ ਨੋਟਿਸ ਦਿੱਤਾ ਹੈ ਕਿ ਪ੍ਰੀਪੇਡ ਜਿਹੜੀ ਹੈ ਮੀਟਰ ਜਿਹੜੇ ਆ ਉਹ ਲਗਾਏ ਜਾਣ, ਤੇ ਉਹਦੇ ਲਈ 3 ਮਹੀਨਿਆਂ ਦਾ ਸਰਕਾਰ ਨੂੰ ਸਮਾਂ ਦਿੱਤਾ ਹੈ ਤੇ 300 ਯੂਨਿਟ ਬਿਜਲੀ ਦਾ ਵਾਅਦਾ ਵੀ ਪੂਰਾ ਕਰਨਾ ਹੈ। ਤੇ ਪ੍ਰੀਪੇਡ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਜਿਹੜੀ ਸਰਕਾਰ ਦੀ ਪ੍ਰਣਾਲੀ ਹੈ, ਘਰ ਘਰ ਬਿਜਲੀ ਦੇਣ ਦਾ ਜਿਹੜਾ ਵਾਅਦਾ ਸੀ ਉਸ ਨੂੰ ਰੋਕਣ ਲਈ ਕੀਤਾ ਜਾ ਰਿਹਾ, ਜਾਂ ਕੇਂਦਰ ਸਰਕਾਰ ਹੁਣ ਇਸ ਏਜੰਡੇ ਵੱਲ ਵੱਧ ਗਈ ਹੈ ਕਿ ਅਸੀਂ ਹੁਣ ਪ੍ਰੀਪੇਡ ਜਿਹੜੇ ਕਨੈਕਸ਼ਨ ਜਿਹੜੇ ਆ ਮੀਟਰ ਜਿਹੜੇ ਆ ਘਰਾਂ 'ਚ ਲਾਣੇ ਨੇ? ਦੇਖੋ, ਇਹਦੇ ਬਾਰੇ ਮੈਂ ਜਿਹੜੀ ਮੇਰੀ ਇੱਥੇ ਪ੍ਰਤੀਕਿਰਿਆ ਹੈ ਉਹ ਹੈ ਕਿ ਮੈਂ ਫਿਰ ਉਸ ਗੱਲ ਤੇ ਆਨਾ ਕਿ ਪਿਛਲੇ ਸਾਲ 14,000 ਮੈਗਾਵਾਟ ਡਿਮਾਂਡ ਜਿਹੜੀ ਹੈ ਉਹ ਉਹਦੇ ਐਕਸਪੈਕਟ ਕੀਤੀ ਸੀ, ਅਨੁਮਾਨਿਤ ਸੀਗੀ, ਤੇ ਹੋਈ 15,500 ਮੈਗਾਵਾਟ। ਉਹ ਐਕਸਟਰਾ 1,500 ਮੈਗਾਵਾਟ ਡਿਮਾਂਡ ਕਿੱਥੋਂ ਆਈ, ਇਹਦਾ ਸਵਾਲ ਹੈ ਜੀ। ਮੇਰੀ ਜਿਹੜੀ ਸਟੱਡੀ ਹੈ, ਮੈਂ ਕਹਿਣਾ ਹੈ ਕਿ ਇਹ ਇਸ ਲਈ ਆਈ ਕਿ ਕੋਈ ਹੋਰ ਇਹਦਾ ਕਰੋਨਾ ਜਾਂ ਹੋਰ ਕੋਈ ਇਫੈਕਟ ਨਹੀਂ ਆ। ਅਦਰਵਾਇਜ਼ ਹਰਿਆਣੇ 'ਚ ਵੀ ਇਹੋ ਜਿਹੀ ਡਿਮਾਂਡ ਆਂਦੀ, ਯੂਪੀ 'ਚ ਵੀ ਆਂਦੀ ਹੈ ਨਾ, ਹੋਰ ਦਿੱਲੀ 'ਚ ਵੀ ਆਂਦੀ। ਪੰਜਾਬ 'ਚ ਇਸ ਲਈ ਆਈ ਕਿ ਪੰਜਾਬ ਵਿੱਚ ਪਹਿਲੇ ਬਿਜਲੀ ਜਿਹੜੀ ਚੋਰੀ ਹੈ ਉਹ ਤੇ ਕਾਫੀ ਰੋਕ ਸੀਗੀ। ਉਹ ਬਿਜਲੀ ਚੋਰੀ ਹੈ ਪਿਛਲੇ 2-3 ਸਾਲਾਂ ਤੋਂ ਉਹ ਜਿਹੜਾ ਸਾਰਾ ਸਿਸਟਮ ਹੈ ਉਹ ਲੂਜ਼ ਹੋ ਗਿਆ ਤੇ ਬਿਜਲੀ ਚੋਰੀ 'ਚ ਵਾਧਾ ਹੋਇਆ। ਜਦੋਂ ਬਿਜਲੀ ਚੋਰੀ 'ਚ ਵਾਧਾ ਹੁੰਦਾ ਹੈ ਤੇ ਲੋਕ ਜਿਹੜੀ ਹੈ ਉਹ ਵੇਸਟਫੁਲ ਜਿਹੜੀ ਹੈ ਉਹ ਬਿਜਲੀ ਜ਼ਰੂਰਤ ਤੋਂ ਵੱਧ ਉਹ ਯੂਜ਼ ਕਰਦੇ ਆ, ਕਿਉਂਕਿ ਉਹਨਾਂ ਨੂੰ ਕੋਈ ਬਿੱਲ ਤਾਂ ਪੇ ਕਰਨ ਦੀ ਲੋੜ ਨਹੀਂ ਹੁੰਦੀ। ਸੋ ਉਹ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਹੀ ਆ ਪ੍ਰੀਪੇਡ ਮੀਟਰ ਦਾ ਜਿਹੜਾ ਸਵਾਲ ਸੀਗਾ ਉਹ ਜਿਹੜਾ ਤੁਸੀਂ ਦੱਸਿਆ। ਪਰ ਜਿੱਥੇ ਅਸੀਂ ਕੋਈ ਚੋਰੀ ਬਹੁਤ ਜ਼ਿਆਦਾ ਹੁੰਦੀ ਹੈ, ਪੇਂਡੂ ਇਲਾਕੇ ਨੇ ਜਾਂ ਹੋਰ ਬਸਤੀਆਂ ਨੇ ਜਾਂ ਸ਼ਹਿਰਾਂ 'ਚ ਇਲਾਕੇ ਨੇ ਹਨਾ, ਜਾਂ ਈਵਨ ਇੰਡਸਟਰੀ ਤਾਂ ਵੈਸੇ ਚੋਰੀ ਕਾਫੀ ਕੰਟਰੋਲਡ ਹੈ, ਤੇ ਉੱਥੇ ਜੇ ਪ੍ਰੀਪੇਡ ਲਾਵਾਂਗੇ ਵੀ ਤੇ ਲੋਕ ਕੁੰਡੀਆਂ ਲਾ ਲੈਂਦੇ, ਉਹਦਾ ਕੀ ਹੱਲ ਨਿਕਲੇਗਾ? ਕਿਉਂਕਿ ਦੇਖੋ ਪ੍ਰੀਪੇਡ ਮੀਟਰ ਜਿਹੜਾ ਹੈ ਉਹ ਆਮ ਮੀਟਰ ਨਾਲੋਂ 7-8 ਗੁਣਾ ਇਹਦੀ ਕਾਸਟ ਜ਼ਿਆਦਾ ਹੈ। ਸੋ ਇੰਨੀ ਜ਼ਿਆਦਾ ਇਨਵੈਸਟਮੈਂਟ ਕਰਾਂਗੇ, ਉਸ ਤੋਂ ਬਾਅਦ ਵੀ ਜੇ ਲੋਕਾਂ ਨੇ ਕੁੰਡੀਆਂ ਲਾਣੀਆਂ ਸ਼ੁਰੂ ਕਰਤੀਆਂ ਜਾਂ ਫਿਰ ਵੀ ਬਿਜਲੀ ਚੋਰੀ ਕੀਤੀ ਤੇ ਫਿਰ ਪ੍ਰੀਪੇਡ ਮੀਟਰ ਉਸ ਚੀਜ਼ ਦਾ ਹੱਲ ਕਿੱਦਾਂ ਨਿਕਲੇਗਾ ਜੀ? ਸੋ ਇਹ ਇੱਕ ਵੱਡਾ ਸਵਾਲ ਹੈ ਜੀ। ਇਹ ਜ਼ਰੂਰ ਭਗਵੰਤ ਮਾਨ ਨੇ ਸਹੁੰ ਚੁੱਕ ਲਈ ਹੈ, ਸਰਕਾਰ ਬਣ ਚੁੱਕੀ ਹੈ, ਮੁੱਖ ਮੰਤਰੀ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਜਿਹੜਾ ਅਧਿਕਾਰੀ ਜੋ ਚਾਹੇ ਰਿਟਾਇਰਡ ਹੀ ਹੋ, ਪਰ ਇੱਕ ਮੈਸੇਜ ਕਿੱਦਾਂ ਦਾ ਦੇਣਾ ਚਾਹੋਗਾ ਕਿ ਇਸ ਬਿਜਲੀ ਦੇ ਸੰਕਟ ਚੋਂ ਕਿੱਦਾਂ ਨਿਕਲੇ ਸਰਕਾਰ? ਮੇਰਾ ਮਾਨਯੋਗ CM ਸਾਹਿਬ ਨੂੰ ਪਹਿਲੀ ਗੱਲ ਤਾਂ ਵਧਾਈਆਂ, ਉਹਨਾਂ ਨੇ ਸਟੇਟ ਦਾ ਜਿਹੜਾ ਅਹੁਦਾ ਸੰਭਿਆ CM ਸਾਹਿਬ ਦਾ। ਸਾਡਾ ਪਾਵਰ ਸੈਕਟਰ ਰਿਫਾਰਮ ਫੋਰਮ ਹੈ ਰਿਟਾਇਰਡ ਇੰਜੀਨੀਅਰਸ ਦਾ, ਸਰਵਿੰਗ ਵੀ ਇੰਜੀਨੀਅਰਸ ਨੇ। ਤੋ ਅਸੀਂ ਬਿਜਲੀ ਸੰਕਟ ਬਾਰੇ ਜਾਂ ਜੋ ਵੀ ਮੈਂ ਗੱਲਬਾਤ ਕੀਤੀ, ਮੈਂ ਪਰਸੋਂ ਚੌਥ CM ਸਾਹਿਬ ਨੂੰ ਵੀ ਉਸ ਬਾਰੇ ਚਿੱਠੀ ਲਿਖੀ ਹੈ ਕਿ ਐਤਕੀ ਪਾਵਰ ਕੱਟ ਲੱਗਣੇ ਆ ਜੀ ਪੰਜਾਬ 'ਚ, 16,000 ਮੈਗਾਵਾਟ ਤੱਕ ਡਿਮਾਂਡ ਜਾਣੀ ਹੈ। ਮਾਨਯੋਗ ਜਿਹੜੇ ਪਾਵਰ ਮੰਤਰੀ ਨੇ ਹਰਭਜਨ ਸਿੰਘ ਜੀ, ਉਹਨਾਂ ਨੂੰ ਵੀ ਚਿੱਠੀ ਲਿਖੀ ਹੈ। ਸੋ ਮੈਂ ਤੁਹਾਡੇ ਇਸ ਚੈਨਲ ਰਾਹੀਂ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਸਾਡੀ ਗੱਲ ਸੁਣਨ ਜੀ। ਸੋ ਅਸੀਂ ਹੋਰ ਤੱਥ ਨਾਟ ਓਨਲੀ ਕੱਟ ਬਾਰੇ, ਹੋਰ ਪਾਵਰ ਸੈਕਟਰ ਬਾਰੇ ਵੀ ਵਧੀਆ ਗੱਲਾਂ ਉਹਨਾਂ ਨਾਲ ਕਰਨਾ ਚਾਹਾਂਗੇ ਤਾਂ ਕਿ ਲੋਕਾਂ ਨੂੰ ਵਧੀਆ ਬਿਜਲੀ ਵੀ ਮਿਲੇ ਤੇ ਸਸਤੀ ਬਿਜਲੀ ਵੀ ਮਿਲੇ। ਧੰਨਵਾਦ ਜੀ। ਇਹ ਸਨ ਰਿਟਾਇਰਡ ਅਧਿਕਾਰੀ ਭੁਪਿੰਦਰ ਸਿੰਘ ਜੀ, ਜਿਨ੍ਹਾਂ ਨੇ ਗੱਲ ਕਹੀ ਆ ਕਿ ਚਾਹੇ ਸਰਕਾਰ ਵੱਲੋਂ ਜਾਂ ਸਿਆਸਤਦਾਨਾਂ ਵੱਲੋਂ ਇੱਕ ਵਾਅਦੇ ਤਾਂ ਲੋਕਾਂ ਨਾਲ ਕੀਤੇ ਜਾਂਦੇ ਆ, ਪਰ ਇਹਦੇ ਨਾਲ ਜਿਹੜਾ ਬਿਜਲੀ ਸੰਕਟ ਹੈ ਹੋਰ ਗਹਿਰਾ ਹੋ ਜਾਂਦਾ ਹੈ, ਕਿਉਂਕਿ ਬਹੁਤ ਸਾਰੇ ਸੈਲਫਿਸ਼ ਅਧਿਕਾਰੀ ਜਿਹੜੇ ਆ ਸਰਕਾਰ ਦੇ ਜਾਂ ਪਾਵਰਕਾਮ ਦੇ ਹੁੰਦੇ ਆ, ਉਹ ਸਰਕਾਰ ਨੂੰ ਹਮੇਸ਼ਾ ਮਿਸਗਾਈਡ ਕਰਦੇ ਆ। ਸਰਕਾਰ ਨੂੰ ਵੀ ਚਾਹੀਦਾ ਕਿ ਉਹਨਾਂ ਅਧਿਕਾਰੀਆਂ ਨਾਲ ਬਹਿ ਕੇ ਟਰਾਂਸਪੇਰੈਂਟੀ ਵਾਲਾ ਮਾਹੌਲ ਜਿਹੜਾ ਬਣਾਉਣਾ ਚਾਹੀਦਾ, ਜਿਹਦੇ ਨਾਲ ਬਿਜਲੀ ਜਾਂ ਵਿੱਤੀ ਸੰਕਟ ਚੋਂ ਕੱਢਿਆ ਜਾ ਸਕਦਾ, ਕਿਉਂਕਿ ਜਿੱਦਾਂ ਦਾ ਬਿਜਲੀ ਸੰਕਟ ਲਗਾਤਾਰ ਵੱਧ ਰਿਹਾ, ਇਸ ਸੰਕਟ ਚੋਂ ਕਿੱਦਾਂ ਨਿਕਲਿਆ ਜਾਵੇ। ਕੈਮਰਾਮੈਨ ਅਮਰਿਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮਾਲਸਾ TV, ਪਟਿਆਲਾ।